ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ, ਗੁਰਬਾਣੀ ਸੰਥਿਆ ਕਲਾਸ ਵਿੱਚ ਜੁੜ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਅੱਜ ਅਸੀਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦੀ ਵਿਚਾਰ ਅਸੀਂ ਕਰਨੀ ਹੈ। ਸੋ ਬੜੇ ਅਦਬ ਸਤਿਕਾਰ ਦੇ ਨਾਲ ਸਾਰੀ ਸੰਗਤ ਗੁਰਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾਂ। ਕਰੈ ਦੋ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਅਲ ਏਕ ਸਮਾਣਾ। ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਅਨਕ ਪੜਦੇ ਮਹਿ ਕਮਾਵੈ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਗੌੜੀ ਰਾਗ ਵਿੱਚ ਹੈ। ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਜੀਵ ਸਿਮਰਨ ਤੋਂ ਹੀਣਾ ਹੈ, ਜਿਹੜਾ ਪ੍ਰਮਾਤਮਾ ਜੋ ਸਰਬ ਵਿਆਪਕ ਹੈ ਉਹਦੀ ਪ੍ਰਤੀਤ ਨਹੀਂ ਕਰਦਾ, ਉਸ ਦੇ ਅੰਦਰ ਜਿਹੜੇ ਮੰਦੇ ਕਰਮ ਹਨ, ਜਿਹੜੇ ਮੰਦੇ ਕਰਮ ਕਰੈ ਦੋ ਕਰਮ, ਜਿਹੜਾ ਮੰਦੇ ਕਰਮ ਹਨ ਉਹਨਾਂ ਨੂੰ ਉਹ ਕਮਾਉਂਦਾ ਹੈ, ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ, ਜਿਹਨੂੰ ਪ੍ਰਮਾਤਮਾ ਦੀ ਪ੍ਰਤੀਤ ਨਹੀਂ। ਜਗਤ ਨੂੰ ਬਾਹਰ ਜਿਹੜਾ ਵਾ ਹੋਰ ਪਾਸਾ ਵਿਖਾਉਂਦਾ ਹੈ। ਕਰੈ ਦੋ ਕਰਮ ਦਿਖਾਵੈ ਹੋਰ, ਮਾੜੇ ਕਰਮ ਕਰਦਾ ਹੈ ਤੇ ਬਾਹਰ ਸਰੀਰ ਰੂਪ ਵਿੱਚ ਜਿਹੜਾ ਵਾ ਉਹ ਚੰਗਾ ਬਣਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਰਾਮ ਕੀ ਦਰਗਹਿ ਬਾਧਾ ਚੋਰ। ਜਿਵੇਂ ਚੋਰ ਦੀ ਉਦਾਹਰਨ ਦਿੱਤੀ ਹੈ ਕਿ ਜਿਸ ਤਰ੍ਹਾਂ ਇੱਕ ਚੋਰ ਜਦੋਂ ਉਹ ਸੰਨ ਲਾ ਕੇ ਚੋਰੀ ਕਰਦਾ ਹੈ ਤੇ ਫੜਿਆ ਜਾਂਦਾ ਹੈ, ਉਹਨੂੰ ਫਿਰ ਲੋਕ ਬੰਨ੍ਹ ਲੈਂਦੇ ਹਨ। ਹੁਣ ਦੇ ਸਮੇਂ ਉਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੈ ਭਾਈ, ਅਜਿਹੇ ਮਨੁੱਖ ਜਿਹੜੇ ਵਿਖਾਵੇ ਰੂਪ ਵਿੱਚ ਤਾਂ ਦੱਸਦੇ ਨੇ ਕਿ ਅਸੀਂ ਧਰਮੀ ਹਾਂ, ਪਰ ਪ੍ਰਮਾਤਮਾ ਦਾ ਨਾਮ ਨਹੀਂ, ਅੰਦਰ ਮਾੜੇ ਕਰਮ ਜਿਹੜੇ ਨੇ ਉਹ ਵਸਾਉਂਦੇ ਨੇ, ਉਹਨਾਂ ਨੂੰ ਕਮਾਉਂਦੇ ਨੇ, ਉਹ ਫਿਰ ਪ੍ਰਮਾਤਮਾ ਦੀ ਦਰਗਾਹ ਵਿੱਚ ਚੋਰ ਵਾਂਗੂ ਉਹਨੂੰ ਬੰਨ੍ਹਿਆ ਜਾਂਦਾ ਹੈ, ਉਹਨੂੰ ਕੈਦ ਹੁੰਦੀ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਅਲ ਏਕ ਸਮਾਣਾ। ਰਹਾਉ, ਇਹ ਰਹਾਉ ਵਾਲਾ ਪਦਾ ਹੈ, ਕੇਂਦਰੀ ਭਾਵ ਹੈ ਸ਼ਬਦ ਦਾ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਉਹੀ ਮਨੁੱਖ ਰਾਮ ਦਾ ਸੇਵਕ ਮੰਨਿਆ ਜਾਂਦਾ ਹੈ, ਜਿਹੜਾ ਰਾਮ ਨੂੰ ਸਿਮਰਦਾ ਹੈ। ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਰਾਮ ਜਲ ਵਿੱਚ, ਧਰਤੀ ਵਿੱਚ ਤੇ ਆਕਾਸ਼ ਵਿੱਚ ਹਰ ਥਾਂ ਜਿਹੜਾ ਵਾ ਉਹ ਵਿਆਪਕ ਹੈ, ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ। ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ, ਉਹਨੂੰ ਇਹ ਪਤਾ ਚੱਲ ਜਾਂਦਾ ਹੈ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਭਾਈ, ਪ੍ਰਮਾਤਮਾ ਦੇ ਸਿਮਰਨ ਤੋਂ ਹੀਣਾ ਮਨੁੱਖ ਜਿਹੜਾ ਵਾ ਜਿਹਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਪ੍ਰਮਾਤਮਾ ਦੇ ਨਾਮ ਨੂੰ ਜਪਿਆ ਨਹੀਂ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਅੰਦਰ ਜ਼ਹਿਰ ਭਰੀ ਹੋਈ ਹੈ, ਕੁੜੱਤਣ ਭਰੀ ਹੋਈ ਹੈ, ਕਿਸੇ ਨੂੰ ਵੇਖ ਕੇ ਉਹਨੂੰ ਵੇਖ ਨਹੀਂ ਸਿਖਾਉਂਦਾ, ਭਾਵ ਅੰਦਰ ਇੰਨੀ ਕੁੜੱਤਣ ਭਰੀ ਹੋਈ ਹੈ, ਜ਼ਹਿਰ ਭਰੀ ਹੋਈ ਹੈ, ਪਰ
ਆਪਣੇ ਮੁਖ ਤੋਂ ਅੰਦਰ ਜ਼ਹਿਰ ਨਾਲ ਭਰਿਆ ਹੋਇਆ ਤੇ ਮੁਖ ਤੋਂ ਅੰਮ੍ਰਿਤ ਰੂਪੀ ਜਿਹੜੇ ਬਚਨ ਜਿਹੜੇ ਉਹ ਸੁਣਾਉਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਅਜਿਹਾ ਮਨੁੱਖ ਜੰਮਪੁਰ ਵਾਧਾ, ਅਜਿਹਾ ਮਨੁੱਖ ਜਿਹੜਾ ਜਮਾਂ ਦੀ ਫਾਈ ਵਿੱਚ ਵੱਜ ਜਾਂਦਾ ਹੈ। ਜਿੱਥੇ ਜੰਮਪੁਰ, ਜਿੱਥੇ ਜੰਮ ਰਹਿੰਦੇ ਹਨ, ਉਹਨਾਂ ਦੇ ਸ਼ਹਿਰ ਵਿੱਚ ਜਿੱਥੇ ਉਹਨਾਂ ਦਾ ਵਾਸਾ ਹੈ, ਉੱਥੇ ਉਹਨੂੰ ਜਿਹੜਾ ਵਾ ਬੰਨਿਆ ਜਾਂਦਾ ਹੈ ਤੇ ਉਹ ਫਿਰ ਉੱਥੇ ਚੋਟਾਂ ਖਾਂਦਾ ਹੈ, ਭਾਵ ਉਹਨੂੰ ਵਿਕਾਰਾਂ ਦੀਆਂ ਸੱਟਾਂ ਪੈਂਦੀਆਂ ਹਨ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਪਰ ਉਹ ਜਿਹੜਾ ਮਨੁੱਖ ਸਿਮਰਨ ਤੋਂ ਹੀਣਾ ਹੈ, ਅਨਕ ਪੜਦੇ ਮੈਂ ਕਮਾਵੇ ਵਿਕਾਰ, ਪਰਮਾਤਮਾ ਨੂੰ ਜਿਹੜਾ ਅੰਗ ਸੰਗ ਨਹੀਂ ਜਾਣਦਾ, ਅਨੇਕਾਂ ਪਰਦਿਆਂ ਪਿੱਛੇ ਭਾਵ ਲੋਕਾਂ ਤੋਂ ਲੁਕ ਛਿਪ ਕੇ ਜਿਹੜਾ ਵਾ ਵਿਕਾਰ ਕਮਾਉਂਦਾ ਹੈ। ਪਰ ਅਜਿਹਾ ਮਨੁੱਖ ਇੱਕ ਖਿਣ ਵਿੱਚ ਜਿਹੜਾ ਵਾ ਪ੍ਰਗਟ ਹੋ ਜਾਂਦਾ ਹੈ ਜਗਤ ਦੇ ਅੰਦਰ, ਕਿਉਂਕਿ ਜਿਹੜਾ ਉਹਦਾ ਜੀਵਨ ਹੈ, ਉਸ ਜੀਵਨ ਦੇ ਵਿੱਚੋਂ ਇੱਕ ਦਿਨ ਉਹਦੀ ਝਲਕ ਪੈ ਹੀ ਜਾਂਦੀ ਹੈ ਕਿ ਇਹ ਮਾੜਾ ਆਦਮੀ ਹੈ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਦਾਤਾ। ਜਿਹੜਾ ਮਨੁੱਖ ਆਪਣੇ ਅੰਦਰ ਸਦਾ ਸਿਰ ਹਰ ਨਾਮ ਵਿੱਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ ਰਸ ਵਿੱਚ ਭਿੱਜਿਆ ਰਹਿੰਦਾ ਹੈ, ਸਿਰਜਣਹਾਰ ਪ੍ਰਭੂ ਉਸ ਉੱਤੇ ਦਇਆਵਾਨ ਹੁੰਦਾ ਹੈ। ਨਾਨਕ ਤਿਸ ਕਿਰਪਾਲ ਵਿਦਾਤਾ, ਭਾਵ ਜਿਹੜਾ ਵਿਦਾਤਾ ਪੈਦਾ ਕਰਨ ਵਾਲਾ ਸਿਰਜਣਹਾਰ ਇਹ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੈ, ਉਹ ਭਾਈ ਫਿਰ ਆਪਣੇ ਉਸ ਸੇਵਕ ਦੀ ਜਿਹੜੀ ਉਹ ਰੱਖਿਆ ਕਰਦਾ ਹੈ, ਉਹਦੇ ਉੱਤੇ ਦਇਆਵਾਨ ਹੁੰਦਾ ਹੈ। ਸਤਿਗੁਰੂ ਜੀ ਦਾ ਅਗਲਾ ਸ਼ਬਦ ਹੈ ਗਉੜੀ ਮਹੱਲਾ ਪੰਜਵਾਂ, ਰਾਮ ਰੰਗ ਕਦੇ ਉਤਰ ਨ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਦਾਤਾ। ਰਹਾਉ ਸੰਤਹਿ ਸੰਗ ਬੈਸ ਗੁਣ ਗਾਏ, ਤਾਕਾ ਰੰਗ ਨ ਉਤਰੈ ਜਾਏ। ਹਰ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ। ਗੁਰ ਰੰਗੇ ਤੇ ਭਏ ਨਿਹਾਲ, ਕਹੋ ਨਾਨਕ ਗੁਰ ਭਏ ਹੈ ਦਇਆਲ। ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦੇ ਪਿਆਰ ਦਾ ਰੰਗ ਜੇ ਕਿਸੇ ਵਡਭਾਗੀ ਦੇ ਮਨ ਉੱਤੇ ਚੜ ਜਾਏ ਤਾਂ ਫਿਰ ਕਦੇ ਉਹ ਮਨ ਤੋਂ ਉਤਰਦਾ ਨਹੀਂ, ਦੂਰ ਨਹੀਂ ਹੁੰਦਾ। ਰਾਮ ਰੰਗ ਕਦੇ ਉਤਰ ਨਾ ਜਾਏ। ਪਰ ਇਹ ਕਿੱਥੋਂ ਮਿਲਦਾ ਹੈ? ਗੁਰ ਪੂਰਾ ਜਿਸ ਦੇ ਬੁਝਾਏ। ਪੂਰਾ ਗੁਰੂ ਜਿਸ ਨੂੰ ਇਸ ਦੀ ਸੂਝ ਪਾ ਦੇਵੇ, ਇਹ ਉਹਦੇ ਮਨ ਉੱਤੇ ਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ੍ਹਦਾ ਹੈ। ਸਤਿਗੁਰੂ ਜੀ ਅੱਗੇ ਰਹਾਉ ਵਾਲਾ ਪਦਾ ਹੈ, ਬਖਸ਼ਿਸ਼ ਕਰਦੇ ਨੇ ਹਰ ਰੰਗ ਰਾਤਾ ਸੋ ਮਨ ਸਾਚਾ। ਵਾਹਿਗੁਰੂ, ਜਿਹੜਾ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ, ਉਸ ਉੱਤੇ ਮਾਇਆ ਦਾ ਕੋਈ ਰੰਗ ਅਸਰ ਨਹੀਂ ਪਾ ਸਕਦਾ। ਹਰ ਰੰਗ ਰਾਤਾ ਸੋ ਮਨ ਸਾਚਾ। ਕਿਉਂ ਨਹੀਂ? ਕਿਉਂਕਿ ਜਿਹੜਾ ਇਹ ਰੰਗ ਹੈ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਤੇ ਹੋਰ ਕੋਈ ਰੰਗ ਆਪਣਾ ਅਸਰ ਨਹੀਂ ਕਰ ਸਕਦਾ। ਉਹ ਸਮਝੋ ਕਿ ਗੂੜੇ ਲਾਲ ਰੰਗ ਦਾ ਹੈ। ਲਾਲ ਰੰਗ ਪੂਰਨ ਪੁਰਖ ਵਿਦਾਤਾ, ਉਹ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਕਿਉਂਕਿ ਉਹ ਸਰਬ ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ। ਆਪ ਉਹ ਪੂਰਨ ਪੁਰਖ ਵਿਦਾਤਾ, ਪੂਰਨ ਜਿਹੜਾ ਸਰਬ ਵਿਆਪਕ ਹੈ। ਰਹਾਉ ਸੰਤੈ ਸੰਗ ਬੈਸ ਗੁਣ ਗਾਏ, ਤਾਂ ਕਾ ਰੰਗ ਨ ਉਤਰੈ ਜਾਏ। ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ, ਉਸਦੇ ਮਨ ਨੂੰ ਪ੍ਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ। ਉਸਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿੰਦਾ। ਬਿਨਾਂ ਹਰਿ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਕਦੇ ਕਿਸੇ ਨੇ ਆਤਮਿਕ ਆਨੰਦ ਨਹੀਂ ਲੱਭਾ।
ਮਾਇਆ ਦੇ ਸਵਾਦਾਂ ਦੇ ਹੋਰ ਰੰਗ ਸਭ ਉਤਰ ਜਾਂਦੇ ਹਨ। ਮਾਇਆ ਦੇ ਸਵਾਦਾਂ ਤੋਂ ਮਿਲਣ ਵਾਲੇ ਸੁੱਖ ਸਾਰੇ ਫਿੱਕੇ, ਕੱਚੇ ਹਨ, ਬੇਸਵਾਦੇ। ਗੁਰ ਰੰਗੇ ਸੇ ਭਏ ਨਿਹਾਲ, ਜਿਨ੍ਹਾਂ ਨੂੰ ਗੁਰੂ ਨੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਰੇ ਰਹਿੰਦੇ ਹਨ। ਕਹੋ ਨਾਨਕ ਗੁਰ ਭਏ ਹੈ ਦਿਆਲ, ਉਹਨਾਂ ਉੱਤੇ ਸਤਿਗੁਰੂ ਜੀ ਦਿਆਵਾਨ ਹੁੰਦੇ ਹਨ, ਰਹਿਮਤ ਕਰਦੇ ਹਨ। ਸੋ ਇਹ ਦੋ ਸ਼ਬਦ ਸਤਿਗੁਰੂ ਜੀ ਜਿਸ ਵਿੱਚ ਪ੍ਰਮਾਤਮਾ ਦੇ ਨਾਮ ਰੰਗ ਦੀ ਗੱਲ ਕਰਦੇ ਨੇ, ਜਿਹੜੇ ਕੱਚੇ ਹਨ ਉਹਨਾਂ ਨੂੰ ਪ੍ਰਮਾਤਮਾ ਜਿਹੜਾ ਵਾ ਉਹ ਬਖਸ਼ਦੇ ਰੱਖਦਾ ਹੈ, ਜਿਹੜੇ ਪੱਕੇ ਹਨ ਉਹਨਾਂ ਉੱਤੇ ਸਤਿਗੁਰੂ ਰਹਿਮਤ ਕਰਦਾ ਹੈ। ਗੌੜੀ ਮਹੱਲਾ ਪੰਜਵਾਂ। ਸਿਮਰਤ ਸੁਆਮੀ ਕਿਲ ਵਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਉ ਅੰਦੇਸਾ। ਰਹਾਉ ਸਾਧ ਸੰਗ ਕਛ ਭਉ ਨ ਭਰਾਤੀ, ਗੁਣ ਗੋਪਾਲ ਗਾਈਐ ਦਿਨ ਰਾਤੀ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਵਹਿ ਜਨ ਨੀਤ। ਸਤਿਗੁਰੂ ਜੀ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਸਿਮਰਤ ਸੁਆਮੀ ਕਿਲ ਵਿਖ ਨਾਸੇ। ਪਰਮਾਤਮਾ ਦਾ, ਪ੍ਰਭੂ ਦਾ, ਮਾਲਕ ਦਾ ਨਾਮ ਸਿਮਰਿਆ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸੂਖ ਸਹਿਜ ਆਨੰਦ ਨਿਵਾਸੇ, ਉਹਨਾਂ ਦੇ ਅੰਦਰ ਜਿਹੜਾ ਵਾ ਫਿਰ ਆਤਮਿਕ ਅਡੋਲਤਾ ਤੇ ਸੁੱਖਾਂ ਦਾ ਜਿਹੜਾ ਵਾ ਉਹ ਨਿਵਾਸ ਹੋ ਜਾਂਦਾ ਹੈ, ਫਿਰ ਉਹ ਆਨੰਦ ਆ ਜਾਂਦਾ ਹੈ। ਫਿਰ ਧਿਆਨ ਨਾਲ ਸੁਣਨਾ, ਸੂਖ ਸਹਿਜ ਆਨੰਦ ਨਿਵਾਸੇ, ਉਹਨਾਂ ਦੇ ਅੰਦਰ ਜਿਹੜਾ ਵਾ ਆਨੰਦ ਜਿਹੜਾ ਵਾ ਪੂਰਨ ਖਿੜਾਓ। ਇਹ ਪੂਰਨ ਖਿੜਾਓ ਜਿਹੜਾ ਹੈ, ਆਨੰਦ ਦਾ ਭਾਵ ਹੈ ਪੂਰਨ ਖਿੜਾਓ। ਜਿਹੜਾ ਇਹ ਪੂਰਨ ਖਿੜਾਓ ਇਹ ਵਸ ਜਾਂਦਾ ਹੈ, ਫਿਰ ਉਹ ਸਦਾ ਬਣਿਆ ਰਹਿੰਦਾ ਹੈ, ਟੁੱਟਦਾ ਨਹੀਂ। ਰਾਹ ਵਾਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਰਾਮ ਜਨਾ ਕੋ ਰਾਮ ਭਰੋਸਾ। ਜਿਹੜੇ ਪ੍ਰਮਾਤਮਾ ਦੇ ਸੇਵਕ ਨੇ ਉਹਨਾਂ ਨੂੰ ਪ੍ਰਮਾਤਮਾ ਦਾ ਹੀ ਭਰੋਸਾ ਹੁੰਦਾ। ਉਹ ਕਿਸੇ ਸਰੀਰ ਦਾ, ਕਿਸੇ ਸਾਧ ਦਾ, ਕਿਸੇ ਦੇਵੀ ਦੇਵਤੇ ਦਾ ਆਸਰਾ ਨਹੀਂ ਤੱਕਦੇ, ਉਹ ਕੇਵਲ ਪ੍ਰਮਾਤਮਾ ਦਾ ਭਰੋਸਾ ਤੱਕਦੇ ਨੇ। ਨਾਮ ਜਪਤ ਸਭ ਮਿਟਿਉ ਅੰਦੇਸਾ। ਇਸ ਵਾਸਤੇ ਪ੍ਰਮਾਤਮਾ ਦਾ ਨਾਮ ਜਪਦਿਆਂ ਉਹਨਾਂ ਦੇ ਅੰਦਰੋਂ ਹਰੇਕ ਫਿਕਰ ਮਿਟ ਜਾਂਦਾ। ਕੋਈ ਫਿਕਰ ਨਹੀਂ ਰਹਿੰਦਾ ਜਦੋਂ ਪ੍ਰਮਾਤਮਾ ਦਾ ਨਾਮ ਜਪਦੇ ਨੇ। ਸਭ ਉਹਦੇ ਤੇ ਡੋਰੀਆਂ ਸੁੱਟ ਕੇ ਉਹ ਨਾਮ ਜਪਦੇ ਨੇ। ਸਾਧ ਸੰਗ ਕਛ ਭਉ ਨ ਭਰਾਤੀ। ਭਉ ਦਾ ਅਰਥ ਹੈ ਡਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਰਹਿਣ ਲੱਗ ਪੈਂਦਾ ਨਾ, ਸਾਧ ਸੰਗਤ ਕਰਦਾ, ਇੱਕ ਤੇ ਉਹਨਾਂ ਦੀ ਭਟਕਣਾ, ਭਰਾਤੀ ਦਾ ਭਾਵ ਹੈ ਭਟਕਣਾ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ। ਤੇ ਦੂਸਰਾ, ਉਹਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਪਾਉਂਦਾ, ਕੋਈ ਵੀ ਡਰ ਨਹੀਂ ਉਹਨਾਂ ਨੂੰ ਆਣ ਕੇ ਪਾਉਂਦਾ ਕਿ ਭਾਈ ਮੇਰਾ ਕੰਮ ਕਾਜ ਠੱਪ ਹੋ ਜਾਊ, ਮੇਰੇ ਉੱਤੇ ਆਹ ਅੜਚਣ ਆ ਜਾਊ। ਕਿਸੇ ਦਾ ਵੀ ਉਹ ਭਾਵ ਜਿਹੜਾ ਵਾ ਉਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੁੰਦਾ, ਕਿਉਂਕਿ ਉਹਦਾ ਭਰੋਸਾ ਜਿਹੜਾ ਪ੍ਰਮਾਤਮਾ ਤੇ ਹੈ। ਗੁਣ ਗੋਪਾਲ ਗਾਈਐ ਦਿਨ ਰਾਤੀ। ਦਿਨ ਰਾਤ ਉਹ ਪ੍ਰਭੂ ਦੇ ਗੁਣ ਗਾਉਂਦੇ ਹਨ। ਉਹਨਾਂ ਦੇ ਅੰਦਰ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਟਿਕੀ ਰਹਿੰਦੀ ਹੈ। ਕਰ ਕਿਰਪਾ ਪ੍ਰਭ ਬੰਧਨ ਛੋਟ। ਤੇ ਸਤਿਗੁਰੂ ਜੀ ਅੱਗੇ ਹੁਣ ਬੇਨਤੀ ਕਰਦੇ ਨੇ, ਹੇ ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਜੀਓ, ਕਰ ਕਿਰਪਾ ਪ੍ਰਭ ਬੰਧਨ ਛੋਟ। ਹੈ ਬੰਧਨਾਂ ਤੋਂ ਖਲਾਸੀ ਕਰਨ ਵਾਲੇ ਪ੍ਰਭੂ ਜੀ, ਕਿਰਪਾ ਕਰੋ। ਕਿਹੜੀ? ਚਰਨ ਕਮਲ ਕੀ ਦੇਨੀ ਓਟ। ਆਪਣੇ ਸੇਵਕਾਂ ਨੂੰ ਆਪਣੇ ਸੋਹਣੇ ਚਰਨਾਂ ਦੀ ਓਟ ਭਾਵ ਆਸਰਾ ਦੇ, ਸਹਾਰਾ ਦੇ। ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਵੈ ਜਨ ਨੀਤ। ਇਸ ਵਾਸਤੇ ਇਹ ਪ੍ਰਮਾਤਮਾ ਜੀਓ, ਤੁਸੀਂ ਆਪਣੇ ਸੇਵਕਾਂ ਦੇ ਮਨ ਵਿੱਚ ਆਪਣਾ ਜਿਹੜਾ ਵਾ ਓਟ, ਆਪਣਾ ਆਸਰਾ ਦਿਓ, ਨਿਸ਼ਚਾ ਬਣਾਈ ਰੱਖੋ। ਕਿਉਂਕਿ ਨਿਸ਼ਚਾ, ਜਦੋਂ ਪ੍ਰਮਾਤਮਾ ਦੀ ਓਟ ਆਸਰੇ ਦਾ ਨਿਸ਼ਚਾ ਬਣਿਆ ਰਹਿੰਦਾ ਹੈ,
ਤੇ ਪ੍ਰਮਾਤਮਾ ਦੇ ਸੇਵਕ ਸਦਾ ਜੀਵਨ ਨੂੰ ਪਵਿੱਤਰ ਕਰਨ ਵਾਲੀ ਸਿਫਤ ਸਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ। ਇਸ ਕਰਕੇ ਮੇਰੇ ਮਨ ਅੰਦਰ ਪ੍ਰਤੀਤ ਹੈ, ਸ਼ਰਧਾ ਹੈ, ਪਾਤਸ਼ਾਹ ਜੀ ਉਹ ਸਦਾ ਤੁਹਾਡੀ ਸਿਫਤ ਸਲਾਹ ਦਾ ਜਿਹੜਾ ਅੰਮ੍ਰਿਤਮਈ ਜਲ ਹੈ ਮੇਰੇ ਮੁੱਖ ਉੱਤੇ ਵਸਦਾ ਰਹੇ। ਸੋ ਇਹ ਤੀਸਰਾ ਸ਼ਬਦ ਹੈ ਅੱਜ ਦਾ। ਹੁਣ ਅਗਲਾ ਚੌਥਾ ਸ਼ਬਦ ਜੋ ਹੈ ਸਤਿਗੁਰੂ ਜੀ ਜਿਸ ਵਿੱਚ ਬਖਸ਼ਿਸ਼ ਕਰਦੇ ਹਨ। ਗੌੜੀ ਮਹੱਲਾ ਪੰਜਵਾਂ। ਹਰ ਚਰਣੀ ਜਾ ਕਾ ਮਨ ਲਾਗਾ, ਦੁਖ ਦਰਦ ਭ੍ਰਮਤਾ ਕਾ ਭਾਗਾ। ਹਰ ਤਨ ਕੋ ਵਾਪਾਰੀ ਪੂਰਾ, ਜਿਸੇ ਨਿਵਾਜੇ ਸੋ ਜਨ ਸੂਰਾ। ਰਹਾਉ ਜਾ ਕੋ ਭਏ ਕਿਰਪਾਲ ਗੁਸਾਈ, ਸੇ ਜਨ ਲਾਗੇ ਗੁਰ ਕੀ ਪਾਈ। ਸੁਖ ਸਹਿਜ ਸਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਨਾਮ ਰਾਸ ਸਾਧ ਸੰਗ ਖਾਟੀ, ਕਉ ਨਾਨਕ ਪ੍ਰਭ ਅਪਦਾ ਕਾਟੀ। ਨਾਮ ਰਾਸ ਸਾਧ ਸੰਗ ਖਾਟੀ, ਕਹੋ ਨਾਨਕ ਪ੍ਰਭ ਅਪਦਾ ਕਾਟੀ। ਇਸ ਸ਼ਬਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਪਰਚ ਜਾਂਦਾ ਹੈ, ਲੱਗ ਜਾਂਦਾ ਹੈ। ਹਰ ਚਰਨੀ ਜਾ ਕਾ ਮਨ ਲਾਗਾ, ਦੁੱਖ ਦਰਦ ਭ੍ਰਮ ਤਾਕਾ ਭਾਗਾ। ਉਹਨਾਂ ਦਾ ਹਰੇਕ ਦੁੱਖ ਤੇ ਦਰਦ ਦੂਰ ਹੋ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਭਟਕਣਾ ਹੈ ਉਹ ਵੀ ਜਿਹੜੀ ਮਾਇਆ ਆਦਿਕ ਵੱਲ ਲੱਗਦੀ ਉਹ ਵੀ ਮੁੱਕ ਜਾਂਦੀ ਹੈ। ਹਰ ਧਨ ਕੋ ਵਾਪਾਰੀ ਪੂਰਾ, ਜਿਸੇ ਨਿਵਾਜੇ ਸੋ ਜਨ ਸੂਰਾ। ਜਿਹੜਾ ਪ੍ਰਮਾਤਮਾ ਦੇ ਨਾਮ ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ, ਉਸ ਉੱਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਜਿਸੇ ਨਿਵਾਜੇ ਸੋ ਜਨ ਸੂਰਾ। ਸੂਰਾ ਦਾ ਭਾਵ ਹੈ ਸੂਰਮਾ। ਉਹ ਸੂਰਮਾ ਮੈਦਾਨੀ ਜੰਗ ਵਾਲਾ ਨਹੀਂ, ਉਹ ਸੂਰਮਾ ਜਿਹੜਾ ਵਿਕਾਰਾਂ ਨੂੰ ਜਿੱਤਦਾ ਹੈ, ਵਿਕਾਰਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ, ਟਾਕਰਾ ਕਰਦਾ ਹੈ, ਉਹ ਸੂਰਮਾ। ਵਿਕਾਰਾਂ ਦੇ ਨਾਲ ਟੱਕਰ ਰੱਖਣ ਦੀ ਸਮਰੱਥਾ ਰੱਖਦਾ ਹੈ, ਉਹ ਸੂਰਮਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਮਨੁੱਖ ਤੇ ਪ੍ਰਮਾਤਮਾ ਆਪਣੇ ਨਾਮ ਧਨ ਦੀ ਦਾਤ ਦੀ ਮਿਹਰ ਕਰਦਾ ਹੈ, ਉਹ ਮਨੁੱਖ ਫਿਰ ਵਿਕਾਰਾਂ ਦੇ ਟਾਕਰੇ ਦੇ ਸਾਹਮਣੇ ਸੂਰਮਾ ਬਣ ਖਲੋਂਦਾ ਹੈ, ਫਿਰ ਉਹਨਾਂ ਨਾਲ ਲੜਦਾ ਹੈ। ਜਾ ਕੋ ਭਏ ਕਿਰਪਾਲ ਗੁਸਾਈ, ਸੇ ਜਨ ਲਾਗੇ ਗੁਰ ਕੀ ਪਾਈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਇਹ ਜਿਹੜੀ ਨਾਮ ਧਨ ਦੀ ਦਾਤ ਹੈ ਗੁਰੂ ਤੋਂ ਮਿਲਦੀ ਹੈ। ਜਿਨ੍ਹਾਂ ਮਨੁੱਖਾਂ ਉੱਤੇ ਧਰਤੀ ਦੇ ਮਾਲਕ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸੇ ਜਨ ਲਾਗੇ ਗੁਰ ਕੀ ਪਾਈ। ਉਹ ਮਨੁੱਖ ਫਿਰ ਗੁਰੂ ਦੀ ਚਰਨੀ ਆ ਲੱਗਦੇ ਹਨ ਤੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਬੰਦਗੀ ਕਰਦੇ ਹਨ। ਸੁਖ ਸਹਿਜ ਸਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਉਹਨਾਂ ਦੇ ਅੰਦਰ ਹਾਂਜੀ ਵਾਹਿਗੁਰੂ ਜੀ, ਉਹਨਾਂ ਦੇ ਅੰਦਰ ਫਿਰ ਸਦਾ ਪਰਮਾਤਮਾ ਦੇ ਆਤਮਿਕ ਅਡੋਲਤਾ ਦਾ ਜਿਹੜਾ ਪੂਰਨ ਖਿੜਾਓ ਹੈ ਉਹ ਬਣਿਆ ਰਹਿੰਦਾ ਹੈ, ਭਾਵ ਆਨੰਦ ਬਣਿਆ ਰਹਿੰਦਾ ਹੈ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੈ, ਸਿਮਰਨ ਚੱਲਦਾ ਹੈ, ਕਿਉਂਕਿ ਸਭ ਤੋਂ ਉੱਚੇ ਆਤਮਿਕ ਆਨੰਦ ਦੇ ਮਾਲਕ ਪ੍ਰਭੂ ਨੂੰ ਸਿਮਰ ਸਿਮਰ ਕੇ ਉਹ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦੇ ਹਨ। ਨਾਮ ਰਾਸ ਸਾਧ ਸੰਗ ਖਾਟੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਧਨ ਦਾ ਸਰਮਾਇਆ ਕਮਾ ਲਿਆ ਹੈ, ਕਹੋ ਨਾਨਕ ਪ੍ਰਭ ਅਪਦਾ ਕਾਟੀ। ਪ੍ਰਮਾਤਮਾ ਨੇ ਉਸਦੀ ਹਰੇਕ ਕਿਸਮ ਦੀ ਵਿਪਤਾ ਦੂਰ ਕਰ ਦਿੱਤੀ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅਗਲਾ ਸ਼ਬਦ ਹੈ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਗੌੜੀ ਮਹੱਲਾ ਪੰਜਵਾਂ। ਹਰ ਸਿਮਰਤ ਸਭ ਮਿਟੇ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ।
रहाउ। सूख सहज रस महा आनंदा, जप जप जीवे परमानंदा। काम क्रोध लोभ मद खोए, साध कै संग किल बिख सब धोए। कर किरपा प्रभ दीन दयाला, नानक दीजै सादर वाला। ਹੁਣ ਸਤਿਗੁਰੂ ਜੀ ਇਸ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਹਨ ਕਿ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਸਾਰੇ ਕਲੇਸ਼ ਮਿਟ ਜਾਂਦੇ ਹਨ। ਹਰ ਸਿਮਰਤ ਸਭ ਮਿਟੇ ਕਲੇਸ਼, ਸਾਰੇ ਕਲੇਸ਼ ਖਤਮ ਹੋ ਜਾਂਦੇ ਨੇ। ਚਰਨ ਕੰਬਲ ਮਨ ਮਹਿ ਪ੍ਰਵੇਸ਼, ਪਰ ਕਿਸ ਤਰ੍ਹਾਂ? ਜਦੋਂ ਪ੍ਰਮਾਤਮਾ ਦੇ ਸੋਹਣੇ ਚਰਨ ਮਨ ਵਿੱਚ ਵਸ ਜਾਣ, ਜਦੋਂ ਪ੍ਰਮਾਤਮਾ ਦੇ ਚਰਨ ਹਿਰਦੇ ਵਿੱਚ ਵਸ ਜਾਣ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਇਹ ਪਿਆਰੀ ਜੀਵ ਨੂੰ ਆਵਾਜ਼ ਮਾਰ ਕੇ ਇਹ ਜਿਹਬਾ ਲੱਖਾਂ ਵਾਰੀ ਪ੍ਰਮਾਤਮਾ ਦਾ ਨਾਮ ਉਚਾਰਦੀ ਰਹੋ ਤੇ ਪ੍ਰਮਾਤਮਾ ਦਾ ਆਤਮਿਕ ਜੀਵਨ ਵਾਲਾ ਜਿਹੜਾ ਨਾਮ ਰਸ ਪੀਂਦੀ ਰਹੋ। ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਉਚਰੋ ਰਾਮ ਨਾਮ ਲਖ ਵਾਰੀ, ਰਾਮ ਨਾਮ ਲੱਖਾਂ ਵਾਰੀ ਆਪਣੇ ਇਸ ਜ਼ਬਾਨ ਨੂੰ ਆਖਿਆ ਕਿ ਇਹ ਮੇਰੀ ਜੀਭ ਲੱਖਾਂ ਵਾਰ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ ਤੇ ਉਸ ਪ੍ਰਮਾਤਮਾ ਦੇ ਸਿਮਰਨ ਦੇ ਰਾਹੀਂ ਅੰਮ੍ਰਿਤ ਰਸ ਜਿਹੜਾ ਵਾ ਉਹ ਪੀਂਦੀ ਰਹੋ। ਰਹਾਉ। ਸੁਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਹੁਣ ਇੱਥੇ ਸ਼ਬਦ ਆਇਆ ਆਨੰਦਾ, ਪਹਿਲਾਂ ਪਿਛਲੇ ਸ਼ਬਦਾਂ ਵਿੱਚ ਆਇਆ ਆਨੰਦਾ, ਐੜੇ ਨੂੰ ਕਰਨਾ ਆਨੰਦਾ, ਇੱਥੇ ਆਨੰਦਾ, ਆਨੰਦਾ ਤੇ ਆਨੰਦਾ ਅਰਥ ਉਹੀ ਹੈ, ਪਰ ਮਾਤਰਾ ਜਿਹੜੀ ਉਹ ਇੱਕ ਘਟੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਿਕ ਆਨੰਦ ਦੇ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਸੁਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਭਾਈ ਉਹ ਫਿਰ ਆਤਮਿਕ ਜੀਵਨ ਜਿਹੜਾ ਹਾਸਲ ਕਰ ਲੈਂਦੇ ਹਨ। ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਜਿਹੜੇ ਆ ਉਹ ਵਸ ਜਾਂਦੀ ਹੈ ਤੇ ਵੱਡੇ ਸੁੱਖ ਤੇ ਆਨੰਦ ਜਿਹੜੇ ਉਹਨਾਂ ਦੇ ਅੰਦਰ ਬਣੇ ਰਹਿੰਦੇ ਨੇ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਕਾਮ ਕ੍ਰੋਧ ਲੋਭ ਮਦ ਖੋਏ, ਸਾਧ ਕੈ ਸੰਗ ਕਿਲ ਬਿਖ ਸਭ ਧੋਏ। ਜਿਹੜੇ ਮਨੁੱਖ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਿਕਾਰ ਨੇ ਨਾ ਜਿਹੜੇ, ਉਹਨਾਂ ਦੇ ਅੰਦਰ ਸਾਰੇ ਨਾਸ ਹੋ ਜਾਂਦੇ ਨੇ। ਕਿਉਂ? ਕਿਉਂਕਿ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਆਪਣੇ ਮਨ ਵਿੱਚੋਂ ਸਾਰੇ ਪਾਪ ਧੋ ਲੈਂਦੇ ਹਨ। ਉਹ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਦੀਜੈ ਸਾਦਰ ਵਾਲਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਮਿਹਰ ਕਰ ਤੇ ਇਸ ਦਾਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖਸ਼, ਕਿਉਂਕਿ ਇਸ ਧੂੜ ਦੇ ਨਾਲ ਹੀ ਮੇਰੇ ਅੰਦਰੋਂ ਜਿਹੜੇ ਵਿਕਾਰ ਨੇ ਉਹ ਖਤਮ ਹੋ ਸਕਦੇ ਹਨ। ਸਤਿਗੁਰੂ ਜੀ ਅਗਲੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਗਉੜੀ ਮਹੱਲਾ ਪੰਜਵਾਂ। ਜਿਸ ਦਾ ਦੀਆ ਪੈਨੇ ਖਾਏ, ਤਿਸ ਸਿਉ ਆਲਸ ਕਿਉ ਬਨੈ ਮਾਏ। ਖਸਮ ਵਿਸਾਰ ਆਨ ਕਮ ਲਾਗੇ, ਕਉਡੀ ਬਦਲੇ ਰਤਨ ਤਿਆਗੇ। ਰਹਾਉ। ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾਸ ਸਲਾਮ ਕਰਤ ਕਤ ਸੋਭਾ। ਅੰਮ੍ਰਿਤ ਰਸ ਖਾਵਹਿ ਖਾਨ ਪਾਨ, ਜਿਨ ਦੀਏ ਤਿਸੇ ਨਾ ਜਾਣੇ ਸਵਾਨ। ਕਉ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰਜਾਮੀ। ਇਸ ਸ਼ਬਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਮਾਂ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਮਾਂ, ਜਿਸ ਪਰਮਾਤਮਾ ਦਾ ਦਿੱਤਾ ਹੋਇਆ ਅੰਨ ਮਨੁੱਖ ਖਾਂਦਾ ਹੈ, ਦਿੱਤਾ ਹੋਇਆ ਕੱਪੜਾ ਮਨੁੱਖ ਪਹਿਨਦਾ ਹੈ, ਉਸ ਦੀ ਯਾਦ ਵੱਲੋਂ ਆਲਸ ਕਰਨਾ ਕਿਸੇ ਤਰ੍ਹਾਂ ਵੀ ਫੱਬਦਾ ਨਹੀਂ। ਖਸਮ ਵਿਸਾਰ ਆਨ ਕੰਮ ਲਾਗੇ, ਜਿਹੜੇ ਮਨੁੱਖ ਮਾਲਕ ਪ੍ਰਭੂ ਦੀ ਯਾਦ ਭੁਲਾ ਕੇ ਹੋਰ ਕੰਮ ਵਿੱਚ ਰੁੱਝੇ ਰਹਿੰਦੇ ਹਨ, ਉਹ ਫਿਰ ਕੌਡੀ ਬਦਲੇ ਰਤਨ ਤਿਆਗੇ। ਭਾਵ ਇਹ ਜਿਹੜਾ ਮਨੁੱਖਾ ਸਰੀਰ ਰਤਨ ਜਿਹੜਾ ਹੈ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ,
ਕੌਡੀਆਂ ਇਕੱਠੀਆਂ ਕਰਨ ਦੇ ਬਦਲੇ ਇਹ ਮਨੁੱਖਾ ਸਰੀਰ ਦੀ ਅਹਿਮੀਅਤ ਜਿਹੜੀ ਉਹ ਖਤਮ ਕਰ ਲੈਂਦੇ ਹਨ। ਕੌਡੀਆਂ ਦੇ ਭਾਅ ਇਸ ਰਤਨ ਨੂੰ ਗਵਾ ਲੈਂਦੇ ਹਨ। ਇਹ ਮਨੁੱਖਾ ਸਰੀਰ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਤੇ ਸਤਿਗੁਰੂ ਜੀ ਕਹਿੰਦੇ ਇਸ ਕੌਡੀਆਂ ਨੂੰ ਜਿਹੜੀ ਮਾਇਆ ਇਕੱਠੀ ਕਰ ਰਿਹਾ ਨਾ, ਇਹ ਕੌਡੀਆਂ ਦੇ ਭਾਅ ਜਿਹੜਾ ਉਹ ਰਤਨ ਨੂੰ ਗਵਾ ਰਿਹਾ। ਭਾਵ ਪ੍ਰਮਾਤਮਾ ਦੇ ਨਾਮ ਨੂੰ ਇਕੱਠਾ ਕਰਨਾ ਸੀ ਇਸ ਸਰੀਰ ਨੇ, ਪਰ ਇਹ ਇਕੱਠਿਆਂ ਕੀ ਕਰ ਰਿਹਾ? ਮਾਇਆ ਧਨ। ਮਾਇਆ ਧਨ ਤੇ ਉਹਨੇ ਦੇਈ ਜਾਣੀ ਹੈ। ਸੋ ਜ਼ਿਆਦਾ ਲੰਮੇ ਵਿਚਾਰ ਨਹੀਂ, ਇਸ ਵਿੱਚ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਨੂੰ ਭੁੱਲ ਕੇ ਹੋਰਨਾਂ ਕੰਮਾਂ ਵਿੱਚ ਲੱਗਾ ਹੋਇਆ ਤੇ ਪ੍ਰਮਾਤਮਾ ਦਾ ਨਾਮ ਰਤਨ ਜਿਹੜਾ ਵਾ, ਹੀਰਿਆਂ ਵਰਗਾ ਨਾਮ ਜਿਹੜਾ ਹੈ ਪ੍ਰਮਾਤਮਾ ਦਾ ਅਮੁੱਲ, ਉਸ ਨਾਮ ਨੂੰ ਭੁਲਾ ਕੇ ਤੇ ਕੌਡੀਆਂ ਇਕੱਠੀਆਂ ਕਰਦਾ ਪਿਆ। ਇਹ ਸੌਦਾ ਜਿਹੜਾ ਘਾਟੇ ਦਾ। ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾਸ ਸਲਾਮ ਕਰਤ ਕਤ ਸੋਭਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਨੂੰ ਛੱਡ ਕੇ ਮਨੁੱਖ ਜਿਹੜਾ ਵਾ ਅਨ ਲੋਭਾ, ਹੋਰ ਲਾਲਚ ਵਿੱਚ ਜਿਹੜਾ ਵਾ, ਪਦਾਰਥਾਂ ਦੇ ਲਾਲਚ ਵਿੱਚ ਜਿਹੜਾ ਉਹ ਫਸਿਆ ਰਹਿੰਦਾ। ਦਾਸ ਸਲਾਮ ਕਰਤ ਸਭ ਕਤ ਸੋਭਾ। ਜਿਹੜੀ ਪ੍ਰਮਾਤਮਾ ਦੀ ਦਾਸੀ ਮਾਇਆ ਹੈ ਉਹਨੂੰ ਸਲਾਮ ਕਰਦਾ ਹੈ ਤੇ ਕੀ ਸਲਾਮ ਕੀਤਿਆਂ ਇਹਨੂੰ ਸੰਸਾਰ ਵਿੱਚ ਸੋਭਾ ਮਿਲਦੀ ਹੈ? ਕਿਤੇ ਵੀ ਸੋਭਾ ਨਹੀਂ ਮਿਲਦੀ, ਧਨ ਜਿੰਨਾ ਮਰਜ਼ੀ ਹੋਵੇ। ਅੰਮ੍ਰਿਤ ਰਸ ਖਾਵੇ ਖਾਨ ਪਾਨ। ਜਿਹੜੇ ਕੁੱਤਾ ਬਿਰਤੀ ਦੇ ਮਨੁੱਖ ਨੇ ਸਵਾਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ ਤੇ ਜਿਨ ਦੀਏ ਕਿਸੇ ਨਾ ਜਾਣੇ ਸਮਾਨ। ਜਿਸ ਤਰ੍ਹਾਂ ਕੁੱਤਾ ਜੇ ਉਹਨੂੰ ਕੋਈ ਰੋਟੀ ਪਾਉਂਦਾ ਤੇ ਉਹ ਕਈ ਵਾਰ ਉਹਨੂੰ ਵੱਢਣ ਨੂੰ ਖਾਣ ਪੈ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਹ ਕੁੱਤੇ ਦੀ ਬਿਰਤੀ ਵਾਲਾ ਮਨੁੱਖ ਹੈ, ਜਿਹੜਾ ਪ੍ਰਮਾਤਮਾ ਸਾਨੂੰ ਸਭ ਕੁਝ ਦੇ ਰਿਹਾ, ਇਹ ਲੂਣ ਹਰਾਮੀ ਮਨੁੱਖ ਜਿਹੜਾ ਵਾ ਕੁੱਤੇ ਦੀ ਬਿਰਤੀ ਵਾਲਾ, ਇਹ ਉਹਨਾਂ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਚੀਜ਼ਾਂ ਖਾਂਦਾ ਪੀਂਦਾ ਹੈ ਤੇ ਪਰ ਉਹਨੂੰ ਚੇਤੇ ਨਹੀਂ ਕਰਦਾ। ਕਿਉਂਕਿ ਕਹੋ ਨਾਨਕ ਹਮ ਲੂਣ ਹਰਾਮੀ। ਗੁਰੂ ਸਾਹਿਬ ਕਹਿੰਦੇ ਅਸੀਂ ਲੂਣ ਹਰਾਮੀ ਆ, ਨਾ ਸ਼ੁਕਰੇ। ਅਸੀਂ ਉਹਦਾ ਸ਼ੁਕਰ ਨਹੀਂ ਕਰਦੇ, ਖਾਈ ਪੀ ਜਾਂਦੇ ਹਾਂ ਪਰ ਉਹਦਾ ਸ਼ੁਕਰ ਨਹੀਂ ਕਰਦੇ। ਇਸ ਕਰਕੇ ਅਖੀਰ ਉੱਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਹੱਥ ਜੋੜ ਕੇ ਬੇਨਤੀ ਕਰਦੇ ਨੇ, ਬਖਸ਼ ਲਿਓ ਪ੍ਰਭ ਅੰਤਰਜਾਮੀ। ਇਹ ਅੰਤਰਜਾਮੀ ਪ੍ਰਭੂ, ਸਭ ਦੀਆਂ ਜਾਣਨ ਵਾਲੇ, ਸਾਨੂੰ ਬਖਸ਼ ਲਿਓ। ਸਤਿਗੁਰੂ ਜੀ ਅਗਲੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਗੌੜੀ ਮਹੱਲਾ ਪੰਜਵਾਂ। ਪ੍ਰਭ ਕੀ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮਜਨ ਇਸ਼ਨਾਨ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ ਰਹਾਉ। ਹਰ ਕੀ ਕਥਾ ਰਿਦ ਮਾਏ ਬਸਾਈ, ਮਨ ਬਾਂਛਤ ਸਗਲੇ ਫਲ ਪਾਈ। ਜੀਵਨ ਮਰਨ ਜਨਮ ਪ੍ਰਵਾਣ, ਜਾ ਕੈ ਹਿਰਦੈ ਵਸੈ ਭਗਵਾਨ। ਕਹੋ ਨਾਨਕ ਸੇ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ, ਪ੍ਰਭ ਕੇ ਚਰਨ ਮਨ ਮਾਹੇ ਧਿਆਨ। ਇਹ ਮੇਰੇ ਵੀਰ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ। ਪ੍ਰਭੂ ਦੇ ਚਰਨਾਂ ਦਾ ਧਿਆਨ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮਜਨ ਇਸ਼ਨਾਨ। ਜਿਹੜੇ ਇਸ਼ਨਾਨ ਨੇ ਨਾ, ਜਿਹੜੀ ਚੁੱਭੀ ਲਾਉਣੀ ਹੈ ਜਲ ਦੇ ਵਿੱਚ, ਜਿਹੜੇ ਤੀਰਥਾਂ ਉੱਤੇ ਜਾ ਕੇ ਤੂੰ ਚੁੱਭੀ ਲਾਉਣਾ ਹੈ, ਜਲ ਦੇ ਵਿੱਚ ਜਾ ਕੇ ਤੀਰਥਾਂ ਆਦਿਕ ਤੇ ਜਾ ਕੇ ਇਸ਼ਨਾਨ ਕਰਦਾ ਹੈ, ਜੇ ਤੂੰ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਮਨ ਜੋੜਨਾ ਹੈ ਤੇ ਇਹ ਸਾਰੇ ਤੀਰਥਾਂ ਦੇ ਇਸ਼ਨਾਨ ਉਸੇ ਵਿੱਚ ਆ ਜਾਂਦੇ ਹਨ। ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਰਹਾਉ ਵਾਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਹਰ ਦਿਨ ਹਰ ਸਿਮਰਨ ਮੇਰੇ ਭਾਈ। ਇਹ ਭਾਈ ਸਾਰਾ ਦਿਨ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਹਰ ਦਿਨ ਹਰ ਸਿਮਰਨ ਮੇਰੇ ਭਾਈ। ਹਰ ਦਿਨ ਕੀ ਕਰਨਾ? ਹਰ ਪ੍ਰਮਾਤਮਾ। ਇੱਕ ਪਹਿਲਾ ਹਰ ਜਿਹੜਾ ਵਾ ਰੋਜ਼ਾਨਾ, ਹਰ ਦਿਨ, ਹਰ ਦਿਨ ਹੀ, ਇੱਕ ਦਿਨ ਨਹੀਂ, ਹਰ ਦਿਨ ਹੀ ਹਰ ਸਿਮਰਨ ਮੇਰੇ ਭਾਈ, ਪ੍ਰਮਾਤਮਾ ਦਾ ਸਿਮਰਨ ਕਰ। ਹਰ ਭਾਵ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ, ਕਿਉਂਕਿ ਕੋਟ ਜਨਮ ਕੀ ਮਲ ਲੈ ਜਾਏ। ਜੇ ਪ੍ਰਮਾਤਮਾ ਦੇ ਨਾਮ ਨੂੰ
ਸਿਮਰੇਗਾ ਤੇ ਤੇਰੇ ਮਨ ਦੇ ਉੱਤੋਂ ਕਰੋੜਾਂ ਜਨਮਾਂ ਦੀ ਮਲ ਲੈ ਜਾਏਗੀ। ਹਰ ਕੀ ਕਥਾ ਰਿਦ ਮਾਹੇ ਬਸਾਈ, ਮਨ ਬਾਂਛ ਸਗਲੇ ਫਲ ਪਾਈ। ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿਫਤ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹਦੇ ਸਾਰੇ ਮਨ ਲੋੜੀਂਦੇ ਫਲ ਪ੍ਰਾਪਤ ਕਰ ਲੈਂਦੇ ਹਨ। ਮਨ ਬਾਂਛ ਸਗਲੇ ਫਲ ਪਾਏ, ਸਾਰੇ ਮਨ ਲੋੜੀਂਦੇ, ਮਨ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ। ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਜਿਹੜਾ ਆਪਣੇ ਮਨ ਅੰਦਰ ਪ੍ਰਮਾਤਮਾ ਨੂੰ ਵਸਾਉਂਦਾ ਹੈ। ਜੀਵਨ ਮਰਨ ਜਨਮ ਪਰਵਾਨ, ਜਾ ਕੈ ਹਿਰਦੈ ਵਸੈ ਭਗਵਾਨ। ਜਨਮ ਤੋਂ ਲੈ ਕੇ ਮੌਤ ਤੱਕ ਉਸ ਮਨੁੱਖ ਦਾ ਸਾਰਾ ਜੀਵਨ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਜਾ ਕੇ ਹਿਰਦੈ ਵਸੈ ਭਗਵਾਨ, ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਆ ਕੇ ਵਸ ਜਾਂਦਾ ਹੈ। ਫਿਰ ਧਿਆਨ ਦੇਣਾ ਕਿ ਉਹਨਾਂ ਦਾ ਜਿਹੜਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਮਨੁੱਖ ਦਾ ਸਾਰਾ ਜੀਵਨ ਹੈ, ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ, ਜਿਹਦੇ ਹਿਰਦੇ ਵਿੱਚ ਭਗਵਾਨ ਆਣ ਕੇ ਵਸ ਜਾਂਦਾ ਹੈ। ਕਹੋ ਨਾਨਕ ਸਈ ਜਨ ਪੂਰੇ, ਉਹੀ ਮਨੁੱਖ ਸੁੱਧੇ ਜੀਵਨ ਵਾਲੇ ਹਨ, ਸਹੀ ਜੀਵਨ ਵਾਲੇ ਬਣਦੇ ਹਨ। ਜਿਨ੍ਹਾਂ ਪ੍ਰਾਪਤ ਸਾਧੂ ਧੂਰੇ, ਜਿਨ੍ਹਾਂ ਨੂੰ ਸਾਧ ਜਨਾਂ ਦੀ ਜਿਹੜੀ ਆ ਧੂਰ ਮਿਲ ਜਾਂਦੀ ਹੈ, ਪ੍ਰਮਾਤਮਾ ਦੇ ਨਾਮ ਜਨਾਂ ਦੀ ਧੂਰ। ਸੋ ਸਤਿਗੁਰੂ ਜੀ ਅਗਲੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਗਉੜੀ ਮਹੱਲਾ ਪੰਜਵਾਂ, ਖਾਧਾ ਪਹਿਨਦਾ ਮੁਕਰ ਪਾਏ, ਤਿਸਨੂੰ ਜੋਹੇ ਦੂਤ ਧਰਮ ਰਾਏ। ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਭਰਮਹਿ ਬਹੁ ਜੂਨਾ ਰਹਾਉ। ਸਾਖਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਜੀਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਬਦੇ ਬੇਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਪਾਰ ਬ੍ਰਹਮ ਤੇਰੀ ਸ਼ਰਨ ਆਏ, ਬੰਧਨ ਕਾਟ ਤਰੈ ਹਰਿ ਨਾਏ। ਰਹਾਉ ਦੂਜਾ। ਇਸ ਸ਼ਬਦ ਦੇ ਵਿੱਚ ਦੋ ਰਹਾਉ ਵਾਲੇ ਪਦੇ ਹਨ ਜੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਹੜਾ ਮਨੁੱਖ ਧਰਤੀ ਤੇ ਆ ਕੇ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਵਸਤ ਖਾਂਦਾ ਵੀ ਹੈ, ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਤਨ ਉੱਤੇ ਪਹਿਨਣ ਵਾਲਾ ਕੱਪੜਾ ਉਹ ਪਹਿਨਦਾ ਵੀ ਹੈ, ਤੇ ਫਿਰ ਖਾਂਦਾ ਪੀਂਦਾ ਹੋਇਆ ਵੀ ਪ੍ਰਮਾਤਮਾ ਦੇ ਅੱਗੇ ਮੁੱਕਰ ਜਾਂਦਾ ਹੈ ਕਿ ਮੈਨੂੰ ਦਿੱਤਾ ਕੁਝ ਨਹੀਂ। ਐਸੇ ਮਨੁੱਖ ਨੂੰ ਜਿਹੜਾ ਧਰਮ ਰਾਜ ਹੈ, ਉਹਦੇ ਜਿਹੜੇ ਦੂਤ ਨੇ, ਜਿਹੜੇ ਜਮ ਨੇ, ਉਹ ਉਹਨਾਂ ਨੂੰ ਪਕੜ ਕੇ ਖੜਦੇ ਹਨ, ਭਾਵ ਉਹਨਾਂ ਨੂੰ ਆਪਣੇ ਤੱਕ ਵਿੱਚ ਰੱਖਦੇ ਨੇ, ਤੇ ਉਹ ਸਦਾ ਆਤਮਿਕ ਮੌਤ ਦੇ ਮਰਿਆ ਹੀ ਰਹਿੰਦਾ ਹੈ। ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਜਿਹਨੇ ਇਹ ਸਰੀਰ ਦਿੱਤਾ, ਜਿਹਨੇ ਇਹਦੇ ਵਿੱਚ ਸਰੀਰ ਵਿੱਚ ਜਿੰਦ ਪਾ ਕੇ ਤੈਨੂੰ ਇਸ ਧਰਤੀ ਦੇ ਉੱਤੇ ਭੇਜਿਆ, ਭਾਈ ਉਹਦੇ ਤੋਂ ਬੇਮੁਖ ਕਿਉਂ ਮੂੰਹ ਮੋੜਿਆ ਏ। ਕੋਟ ਜਨਮ ਭਰਮਹਿ ਬਹੁ ਜੂਨਾ, ਕਰੋੜਾਂ ਜਨਮਾਂ ਦੇ ਵਿੱਚੋਂ ਤੂੰ ਜਿਹੜਾ ਵਾ ਉਹ ਜਨਮ ਲੈ ਕੇ ਫਿਰ ਇਹ ਭਟਕਣਾ ਤੋਂ ਬਾਅਦ ਇਸ ਧਰਤੀ ਦੇ ਵਿੱਚ ਆਇਆ। ਰਹਾਉ ਸਾਖਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਭਾਈ ਜਿਹੜੇ ਮਾਇਆ ਦੇ ਠੱਗੇ ਹੋਏ ਆ ਨਾ, ਮਾਇਆ ਦੇ ਮੋਹ ਵਿੱਚ ਜਿਨ੍ਹਾਂ ਦਾ ਪ੍ਰਭੂ ਨਾਲੋਂ ਮੋਹ ਟੁੱਟਾ ਹੋਇਆ ਹੈ, ਉਹਨਾਂ ਦੀ ਇਹ ਮਰਜ਼ਾਦਾ ਹੀ ਐਸੀ ਹੈ ਕਿ ਉਹ ਜੋ ਕੁਝ ਵੀ ਕਰਦਾ ਹੈ ਸਾਰਾ ਬੇਮੁਖਤਾ ਵਾਲਾ ਹੀ ਕੰਮ ਕਰਦਾ ਹੈ। ਜੀਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਜਿਹਨੇ ਜੀਵ ਦੀ ਜਿੰਦ ਨੂੰ, ਮਨ ਨੂੰ, ਸਰੀਰ ਨੂੰ ਆਪਣੀ ਜੋਤ ਦਾ ਸਹਾਰਾ ਦਿੱਤਾ, ਮਨੁੱਖ ਉਸ ਪਾਲਣਹਾਰ ਪ੍ਰਭੂ ਨੂੰ ਆਪਣੇ ਮਨ ਵਿੱਚੋਂ ਭੁਲਾਈ ਬੈਠਾ ਹੈ। ਇਹ ਸਾਖਤ ਮਨੁੱਖ ਹੈ। ਬਦੇ ਬੇਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਇਸ ਤਰ੍ਹਾਂ ਉਸ ਸਾਗਰ ਦੇ ਇਤਨੇ ਵਿਕਾਰ ਵੱਧ ਜਾਂਦੇ ਹਨ ਕਿ ਉਹਨਾਂ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਜਿਹੜੇ ਨੇ ਕਾਗਜ਼ਾਂ ਦੇ ਉੱਤੇ ਪੂਰਨੇ ਲਿਖੇ ਜਾਂਦੇ ਹਨ।
ਕਾਗਰ ਭਾਵ ਕਾਗਜ਼। ਨਾਨਕ ਉਦਰ ਕਿਰਪਾ ਸੁਖ ਸਾਗਰ। ਮਨੁੱਖ ਪ੍ਰਭੂ ਦਰ ਤੇ ਅਰਦਾਸ ਕਰ ਤੇ ਇਹ ਗੱਲ ਆਖ ਕਿ ਇਹ ਦਇਆ ਦੇ ਸਮੁੰਦਰ, ਇਹ ਸੁੱਖਾਂ ਦੇ ਸਮੁੰਦਰ, ਤੂੰ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਰੱਖ। ਪਾਰ ਬ੍ਰਹਮ ਤੇਰੀ ਸ਼ਰਨ ਆਏ, ਬੰਧਨ ਕਾਟ ਤਰੈ ਹਰਨ ਆਏ। ਰਹਾਉ ਦੂਜਾ, ਇਹ ਦੂਜਾ ਰਹਾਉ ਹੈ। ਪਹਿਲਾ ਰਹਾਉ ਜਿਹੜਾ ਸੀ, ਜਿਸ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਜਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ, ਕੋਟ ਜਨਮ ਭਰਮੇ ਬੋ ਜੂਨਾ। ਜਿਹਨੇ ਇਹ ਸਭ ਕੁਝ ਦਿੱਤਾ ਹੈ, ਜਿਹਨੇ ਇਹ ਸਰੀਰ ਦਿੱਤਾ ਹੈ ਜਿੰਦ ਪਾ ਕੇ, ਮਨੁੱਖ ਉਹਨੂੰ ਭੁਲਾ ਲੈਂਦਾ ਹੈ, ਉਹ ਤੋਂ ਬੇਮੁਖ ਹੋ ਜਾਂਦਾ ਹੈ ਤੇ ਫਿਰ ਬਾਰ-ਬਾਰ ਜੂਨਾਂ ਵਿੱਚ ਆਉਂਦਾ ਹੈ। ਤੇ ਹੁਣ ਦੂਜੇ ਰਹਾਉ ਵਾਲੇ ਵਿੱਚ ਬੰਦ ਵਿੱਚ ਆਖਦੇ ਨੇ ਕਿ ਇਹ ਪਾਰ ਬ੍ਰਹਮ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਤੇ ਮੇਰੇ ਸਾਰੇ ਜਿਹੜੇ ਬੰਧਨ ਨੇ ਉਹ ਹੁਣ ਕੱਟ ਦੇ, ਕਿਉਂਕਿ ਮੈਨੂੰ ਪਤਾ ਚੱਲ ਗਿਆ ਕਿ ਤੇਰੇ ਨਾਮ ਤੋਂ ਬਗੈਰ ਇਸ ਧਰਤੀ ਤੇ ਬੰਦ ਖਲਾਸੀ ਨਹੀਂ ਹੋਣੀ। ਸੋ ਬੰਧਨ ਕਾਟ ਤਰੈ ਹਰਨ ਆਏ। ਇਹ ਸਤਿਗੁਰੂ ਜੀ ਆਪਣੇ ਨਾਮ ਦੀ ਬਰਕਤ ਸਦਕਾ ਮੇਰੇ ਜਿਹੜਾ ਵਾ ਉਹ ਬੰਧਨ ਕੱਟ ਦੇ ਤੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇ। ਸੋ ਅੱਜ ਦੀ ਵਿਚਾਰ ਅਸੀਂ ਇਸ ਸ਼ਬਦ ਤੱਕ ਕੀਤੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਰਹਿਮਤ ਕਰਨ ਇਸੇ ਤਰ੍ਹਾਂ ਸਾਨੂੰ ਇਹ ਉਪਦੇਸ਼ ਦਿੰਦੇ ਰਹਿਣ, ਅਸੀਂ ਗੁਰਬਾਣੀ ਦੀ ਸੰਥਿਆ ਕਰਦੇ ਰਹੀਏ। ਆਪ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅੰਤ ਗੁਰ ਫਤਿਹ ਨਾਲ ਸਾਂਝ ਬਣਾਈਏ। ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।